हम अवगुण भरे एक गुण नाही, अमृत छाड़ बिख बिख। माया मोह परम पै भूले, सुत दारस्यों। एक उत्तम पंथ सुन्यो गुर संगत, तेह मिलंत जम त्रास। एक अरदास पाठ कीरत की, गुर रामदास राखो। सकहो टल गुर सेविया, अहनस सहज। दर्शन परसै गुरु का जन्म, दुख जाए। होवै सिफत संबंधी, नूर हर सह पुर सह। तुद डिठे सच्चे पातशाह, माल जन्म सज्जन सच्चा पातशाहो। जिस पास बैठया सोहिया, सबना दावे साहो। सतनाम वाहिगुरु साहिब जीओ। श्लोक महला तीजा। हूँ मैं ममता मोहनी, मन मुखा नू गई खाए। जो मोहे दूजे चित लाएंदे, तिना व्याप रही लपटाए। हूँ मैं ममता मोहनी, मन मुखा नू गई खाए। जो मोहे दूजे चित लाएंदे, तिना व्याप रही लपटाए। गुर कै शब्द पर जालीऐ, तां एह विचों जाए। तन मन होवै उजला, नाम वसै मन आए। नानक माया का मारण हर नाम है, गुरमुख पाया जाए। महला तीजा। ਇਹ ਮਨ ਕੇਤੜਿਆਂ ਜੁਗ ਭਰਮਿਆ, ਫਿਰ ਰਹਿ ਨ ਆਵੈ ਜਾਏ। ਹਰ ਭਾਣਾ ਤਾਂ ਭਰਮਾਇਆ, ਹਰ ਭਾਣਾ ਤਾਂ ਭਰਮਾਇਨ। ਕਰ ਪ੍ਰਪੰਚ ਖੇਲ ਉਪਾਏ। ਜਾਂ ਹਰ ਬਖਸ਼ੇ ਤਾਂ ਗੁਰ ਮਿਲੈ, ਆਸਿਰ ਰਹਿ ਸਮਾਏ। ਨਾਨਕ ਮਨ ਹੀ ਤੇ ਮਨ ਮਾਨਿਆ, ਨਾ ਕਿਛ ਮਰੈ ਨਾ ਜਾਏ। ਪੌੜੀ ਕਾਇਆ ਕੋਟ ਅਪਾਰ ਹੈ, ਮਿਲਣਾ ਸੰਜੋਗੇ। ਕਾਇਆ ਅੰਦਰ ਆਪ ਵਸ ਰਹਿਆ, ਆਪੇ ਰਸ ਭੋਗੀ। ਆਪ ਅਤੀਤ ਅਲਿਪਤ ਹੈ, ਨਿਰਜੋਗ ਹਰ ਜੋਗੀ।
ਜੋ ਤਿਸ ਭਾਵੈ ਸੋ ਕਰੇ, ਹਰ ਕਰੇ ਸੋ ਹੋਗੀ। ਹਰ ਗੁਰਮੁਖ ਨਾਮ ਧਿਆਈਐ, ਲਹਿ ਜਾਹੇ ਵਿਜੋਗੇ। ਹਰ ਗੁਰਮੁਖ ਨਾਮ ਧਿਆਈਐ, ਲਹਿ ਜਾਹੇ ਵਿਜੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਬਾਣੀ, ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਇਕੱਤਰ ਹੋਈ ਹਾਜ਼ਰੀਆਂ ਭਰ ਰਹੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ। ਨੌਵੇਂ ਪਾਤਸ਼ਾਹ ਜਗਤ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਲੈ ਰਹੇ ਤੁਰਕੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ ਰਾਗੀ ਸਿੰਘਾਂ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹਨ। ਗੋਜਰੀ ਦੀ ਪਵਿੱਤਰ ਵਾਰ ਚੋਂ ਅੱਜ ਦਾ ਪਾਵਨ ਸ੍ਰੀ ਮੁਖ ਵਾਕ ਮਹਾਵਾਕ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਇਆ ਹੈ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨਾਲ ਜੋੜੀਏ, ਕਿਉਂਕਿ ਅੱਜ ਦਾ ਸ਼ਬਦ ਸਤਿਗੁਰੂ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਹੈ ਔਰ ਗੋਜਰੀ ਦੀ ਵਾਰ ਮਹਾਰਾਜ ਤੀਸਰੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ। ਮਨ ਔਰ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਈਏ। ਆਖੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀਓ। ਸ਼ਲੋਕ ਮਹਲਾ ਤੀਜਾ। ਹਉ ਮੈਂ ਮਮਤਾ ਮਹਣੀ, ਮਨ ਮੁਖਾਂ ਨੂੰ ਗਈ ਖਾਏ। ਸ਼ਲੋਕ ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਜੀ ਉਚਾਰਨ ਕਰ ਰਹੇ ਨੇ। ਰਾਗ ਗੁਜਰੀ ਵਿੱਚ ਦੋ ਵਾਰਾਂ ਮਹਾਰਾਜ ਜੀ ਨੇ ਉਚਾਰੀਆਂ ਨੇ। ਇੱਕ ਤੀਸਰੇ ਪਾਤਸ਼ਾਹ ਦੀ ਵਾਰ ਹੈ, ਦੂਸਰੀ ਪੰਜਵੇਂ ਪਾਤਸ਼ਾਹ ਦੀ ਵਾਰ ਹੈ। ਜਗਤ ਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਜਿਹੜੀ ਸੰਸਾਰ ਦੀ ਮਾਇਆ ਹੈ, ਮਾਇਆ ਕੀ ਹੈ ਜੇ ਇਸ ਦੇ ਬਾਰੇ ਵਿਚਾਰ ਕਰੀਏ ਤਾਂ ਨਿਰੰਕਾਰ ਪਰਮੇਸ਼ਰ ਦਾ ਜਿਹੜਾ ਫੁਰਨਾ ਹੈ ਉਹੀ ਮਾਇਆ ਹੈ। ਉਸਨੇ ਜੋ ਫੁਰਨਾ ਕੀਤਾ ਕਿ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਉਸ ਫੁਰਨੇ ਵਿੱਚ ਜੋ ਜੋ ਕੁਝ ਵੀ ਹੋਇਆ ਉਹ ਸਭ ਮਾਇਆ। ਜਦੋਂ ਪਰਮੇਸ਼ਰ ਨੇ ਫੁਰਨਾ ਕੀਤਾ ਮੈਂ ਏਕ ਮੇਵਾਏ ਪ੍ਰਜਾਇਤੀ ਬਹੁ ਸ਼ਿਆਮਾ, ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਤਾਂ ਉਦੋਂ ਸਾਰਾ ਕੁਝ ਬਣ ਗਿਆ। ਧਰਤੀ, ਸੂਰਜ, ਚੰਦਰਮਾ, ਤਾਰੇ, ਨਖੱਤਰ, ਇਹ ਸਭ ਕੁਝ ਉਸੇ ਫੁਰਨੇ ਤੋਂ ਬਣਿਆ ਨਾ। ਜੋ ਕੁਝ ਉਸ ਦੇ ਫੁਰਨੇ ਤੋਂ ਬਣਿਆ ਉਹਨੂੰ ਕਹਿੰਦੇ ਨੇ ਮਾਇਆ। ਔਰ ਇਸ ਮਾਇਆ ਨੂੰ
ਚਲਾਉਣ ਵਾਲਾ ਜਿਸ ਦੇ ਆਸ਼ਰਿਤ ਹੋ ਕੇ ਮਾਇਆ ਚੱਲਦੀ ਹੈ ਉਹਨੂੰ ਕਹਿੰਦੇ ਨੇ ਈਸ਼ਵਰ। ਹੁਣ ਇਹ ਸੰਸਾਰ ਦੀ ਜਿਤਨੀ ਮਾਇਆ ਹੈ ਇਹਦੇ ਨਾਲ ਮਮਤਾ ਦੀ ਬਿਰਤੀ ਔਰ ਹੰਗਤਾ ਦੀ ਬਿਰਤੀ, ਇਹ ਦੋ ਬਿਰਤੀਆਂ ਨੇ। ਇੱਕ ਮਾਇਆ ਦੇ ਹੋਣ ਦਾ ਹੰਕਾਰ, ਦੂਸਰਾ ਉਹਦੇ ਤੇ ਮੈਂ ਮੇਰੀ ਲਾਗੂ ਕਰਨੀ ਵੀ ਇਹ ਮੇਰੀ ਹੈ, ਇਹਨੂੰ ਕਹਿੰਦੇ ਨੇ ਮਮਤਾ। ਮਾਇਆ ਦੇ ਹੋਣ ਦਾ ਹੰਕਾਰ ਉਹਨੂੰ ਕਹਿੰਦੇ ਨੇ ਹਉਮੈ। ਇੱਥੇ ਸਤਿਗੁਰਾਂ ਨੇ ਦੋਵੇਂ ਸ਼ਬਦ ਵਰਤੇ ਨੇ, ਹਉਮੈ ਮਮਤਾ ਮੋਹਣੀ। ਹੰਕਾਰ ਔਰ ਮਮਤਾ, ਮੈਂ ਮੇਰੀ। ਜਦੋਂ ਮੇਰੀ ਬਿਰਤੀ ਦੀ ਉਤਪਤੀ ਹੁੰਦੀ ਹੈ ਵੀ ਇਹ ਮੇਰਾ ਹੈ, ਫਿਰ ਉਹਦੇ ਮੇਰੇ ਹੋਣ ਦਾ ਹੰਕਾਰ ਪੈਦਾ ਹੁੰਦਾ। ਇਹ ਮੇਰਾ ਹੈ ਉਹਦੇ ਤੇ ਫਿਰ ਹੰਕਾਰ ਜੰਮੇਗਾ ਵੀ ਮੇਰਾ ਹੈ, ਸਿਰਫ ਮੇਰੇ ਕੋਲ ਹੀ ਹੈ, ਇਹ ਹੰਕਾਰ ਹੈ। ਇਹ ਜਿਹੜੀ ਮਾਇਆ ਰੂਪੀ ਮੋਹਣੀ ਹੈ ਨਾ, ਇਹਦਾ ਹੰਕਾਰ ਔਰ ਇਹਦੀ ਮਮਤਾ, ਪਾਤਸ਼ਾਹ ਕਹਿੰਦੇ ਆ ਸੰਸਾਰ ਦੇ ਸਾਰੇ ਮਨਮੁਖਾਂ ਨੂੰ ਖਾ ਗਈ ਹੈ। ਮਨਮੁਖਾਂ ਨੂੰ ਗਈ ਖਾਏ। ਇਹ ਜਿਹੜੀ ਮਾਇਆ ਹੈ ਇਹ ਮਨਮੁਖਾਂ ਨੂੰ ਖਾ ਗਈ ਹੈ। ਇੱਕ ਜਗ੍ਹਾ ਤੇ ਹੋਰ ਸਾਹਿਬ ਕਹਿੰਦੇ ਨੇ, ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ, ਜਿਨੇ ਸੱਚ ਨਾਮ ਚੇਤ ਲਾਇਆ। ਮਨਮੁਖਾਂ ਨੂੰ ਗਈ ਖਾਏ, ਮਨਮੁਖ ਖਾਧੇ। ਇਸ ਮਾਇਆ ਨੇ ਮਨਮੁਖਾਂ ਨੂੰ ਖਾ ਲਿਆ। ਮਨਮੁਖ ਕੌਣ ਨੇ? ਜਿਨ੍ਹਾਂ ਦਾ ਮੁਖ ਮਨ ਵੱਲੇ ਹੈ, ਹਮੇਸ਼ਾ ਮਨ ਦੀਆਂ ਵਿੱਚ ਆਈਆਂ ਮਨ ਦੇ ਸੰਕਲਪਾਂ ਵਿਕਲਪਾਂ ਦੇ ਵਹਿਣ ਵਿੱਚ ਬਹਿੰਦੇ ਉਦਾਂ ਦੀਆਂ ਹੀ ਕਿਰਿਆਵਾਂ ਕਰਦੇ ਨੇ ਜੋ ਮਨ ਕਹਿੰਦਾ, ਉਹਨੂੰ ਕਹਿੰਦੇ ਨੇ ਮਨਮੁਖ। ਤੇ ਮਨ ਤਾਂ ਹਮੇਸ਼ਾ ਬੁਰਾਈਆਂ ਚਿਤਵਦਾ, ਮਨ ਲੋਚਾ ਬੁਰਾਈਆਂ। ਇਹ ਤਾਂ ਹਮੇਸ਼ਾ ਬੁਰਾਈਆਂ ਚਿਤਵਦਾ ਤੇ ਬੁਰਾਈਆਂ ਵਾਲੇ ਪਾਸੇ ਹੀ ਜਾਂਦਾ। ਇਹਦਾ ਸੁਭਾਅ ਐਸਾ ਮਲਨ ਜੋ ਹੈ, ਮਲਨ ਮਨ ਦੀ ਦਸ਼ਾ ਹੀ ਇਹ ਹੈ। ਇਸ ਕਰਕੇ ਇਸ ਮਨ ਦੇ ਵਹਿਣ ਵਿੱਚ ਵਹਿਣ ਵਾਲੇ ਜਿਹੜੇ ਮਨਮੁਖ ਨੇ, ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਕਹਿੰਦੇ ਮਾਇਆ ਜਿਹੜੀ ਹੈ ਉਹਨਾਂ ਨੂੰ ਖਾ ਗਈ ਹੈ। ਹਾਂਜੀ, ਜੋ ਮੋਹੇ ਦੂਜੇ ਚਿਤ ਲਾਇਂਦੇ, ਤਿਨਾ ਵਿਆਪ ਰਹੀ ਲਪਟਾਏ। ਜਿਹੜੇ ਇਸ ਮਾਇਆ ਦੇ ਮੋਹ ਵਿੱਚ ਲੱਗੇ ਹੋਏ ਨੇ, ਉਹਨਾਂ ਅੰਦਰ ਹਮੇਸ਼ਾ ਦੂਜੇ ਭਾਵ ਦੀ ਦੁਬਦਾ ਦੀ ਬਿਰਤੀ ਬਣੀ ਰਹਿੰਦੀ ਹੈ। ਉਹ ਦੂਜੇ 'ਚ ਚਿੱਤ ਲਾਉਂਦੇ ਆ ਔਰ ਇਹ ਮਾਇਆ ਫਿਰ ਉਹਨਾਂ ਨੂੰ ਵਿਆਪੀ ਰਹਿੰਦੀ ਹੈ ਤੇ ਇਹ ਮਨੁੱਖ ਉਸੇ ਵਿੱਚ ਲੰਪਟ ਰਹਿੰਦਾ ਹੈ। ਗੁਰ ਕੈ ਸ਼ਬਦ ਪਰ ਜਾਲੀਐ, ਤਾਂ ਇਹ ਵਿੱਚੋਂ ਜਾਏ। ਕੋਈ ਤਰੀਕਾ ਹੈ ਇਸ ਨੂੰ ਖਤਮ ਕਰਨ ਦਾ? ਕੋਈ ਜੁਗਤ ਹੋਵੇ ਜਿਹਦੇ ਨਾਲ ਇਸ ਮਾਇਆ ਤੋਂ ਛੁਟਕਾਰਾ ਹੋਵੇ? ਕਈਆਂ ਆਖਿਆ ਘਰ ਛੱਡ ਕੇ ਜਾਓ ਤੇ ਮਾਇਆ ਤੋਂ ਛੁਟਕਾਰਾ ਹੈ। ਕਈਆਂ ਕਿਹਾ ਕਿਸੇ ਬਨ 'ਚ ਜਾ ਕੇ ਗੁਪਤ ਜਾ ਹੋ ਕੇ ਕੰਦਰਾ 'ਚ ਬਹਿ ਜਾਈਏ ਤੇ ਇਹਦੇ ਤੋਂ ਛੁਟਕਾਰਾ ਹੈ। ਕਿਸੇ ਆਖਿਆ ਕਿਸੇ ਤੀਰਥ ਦੇ ਕਿਨਾਰੇ ਤੇ ਜਾ ਕੇ ਹਰੀ ਹਰੀ ਕਰੀਏ ਤੇ ਇਹਦੇ ਤੋਂ ਛੁਟਕਾਰਾ ਹੈ। ਪਰ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹ ਨਹੀਂ ਛੁੱਟਦੀ। ਸਾਹਿਬ ਕਹਿੰਦੇ ਇੱਕੋ ਇੱਕ ਤਰੀਕਾ ਹੈ, ਇਹਨੂੰ ਗੁਰੂ ਕੇ ਸ਼ਬਦ ਦੁਆਰਾ ਸਾੜ ਦਿਓ। ਗੁਰ ਕਾ ਸ਼ਬਦ ਪਰ ਜਾਲੀ ਹੈ। ਸਤਿਗੁਰਾਂ ਦੇ ਸ਼ਬਦ ਨਾਲ ਇਹਨੂੰ ਸਾੜੋ। ਗੁਰ ਸ਼ਬਦ ਦੀ ਕਮਾਈ ਕਰਕੇ, ਗੁਰ ਸ਼ਬਦ ਦਾ ਅਭਿਆਸ ਕਰਕੇ ਇਸ ਨੂੰ ਪਰਜਾਲੀ ਹੈ। ਪਰ ਦਾ ਮਤਲਬ ਹੁੰਦਾ ਵਿਸ਼ੇਸ਼ ਕਰਕੇ ਇਹਨੂੰ ਜਲਾਓ, ਤਾਂ ਇਹ ਵਿੱਚੋਂ ਜਾਏ, ਤਾਂ ਇਹ ਤੁਹਾਡੇ ਅੰਦਰੋਂ ਜਾਣੀ ਹੈ, ਤਾਂ ਇਹਦੀ ਮਮਤਾ ਦੀ ਬਿਰਤੀ ਤੁਹਾਡੇ ਹਿਰਦੇ ਚੋਂ ਨਿਰਵਿਰਤ ਹੋਵੇਗੀ। ਤਨ ਮਨ ਹੋਵੇ ਉਜਲਾ, ਨਾਮ ਵਸੈ ਮਨ ਆਏ। ਉਹਨਾਂ ਦਾ ਤਨ ਤੇ ਮਨ ਫਿਰ ਦੋਵੇਂ ਉਜਲੇ ਹੋ ਜਾਂਦੇ ਨੇ। ਜਦੋਂ ਇਹ ਸੜ ਜਾਏ
ਤਾਂ ਤਨ ਮਨ ਦੋਵੇਂ ਉਜਲੇ ਹੋ ਜਾਂਦੇ ਹਨ। ਤਨ ਤੇ ਮਨ ਦੇ ਉਜਲ ਹੋਇਆਂ ਨਿਰੰਕਾਰ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਅੰਮ੍ਰਿਤ ਨਾਮ ਉਹ ਇਹਦੇ ਫਿਰ ਮਨ ਵਿੱਚ ਆ ਕੇ ਵਸ ਜਾਂਦਾ ਹੈ। ਨਿਰੰਕਾਰ ਦੇ ਨਾਮ ਦੀ ਦਾਤ ਇਸ ਨੂੰ ਪ੍ਰਾਪਤ ਹੋ ਜਾਂਦੀ ਹੈ। ਨਾਨਕ ਮਾਇਆ ਕਾ ਮਾਰਨ ਹਰ ਨਾਮ ਹੈ, ਗੁਰਮੁਖ ਪਾਇਆ ਜਾਏ। ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਫਰਮਾਉਂਦੇ ਨੇ ਕਿ ਇਸ ਮਾਇਆ ਨੂੰ ਖਤਮ ਕਰਨ ਵਾਸਤੇ ਇਹਦਾ ਮਸਾਲਾ ਕੇਵਲ ਪਰਮੇਸ਼ਰ ਦਾ ਨਾਮ ਹੈ। ਜਿਵੇਂ ਕੋਈ ਧਾਤ ਮਾਰਨੀ ਹੁੰਦੀ ਹੈ ਨਾ, ਤਾਂ ਉਹਦੇ ਵਿੱਚ ਬਕਾਇਦਾ ਕੋਈ ਔਸ਼ਧੀ ਪਾ ਕੇ, ਜਿਵੇਂ ਪਾਰੇ ਨੂੰ ਮਾਰਨ ਵਾਸਤੇ ਉਹਦੇ 'ਚ ਔਸ਼ਧੀ ਪਾ ਕੇ ਉਹਨੂੰ ਮਾਰਿਆ ਜਾਂਦਾ ਹੈ। ਇਸੇ ਤਰ੍ਹਾਂ ਇਸ ਮਾਇਆ ਨੂੰ ਮਾਰਨ ਵਾਸਤੇ ਇਹਦਾ ਜਿਹੜਾ ਮਸਾਲਾ ਔਸ਼ਧੀ ਹੈ, ਜਿਹਦੇ ਨਾਲ ਇਸ ਮਾਇਆ ਨੂੰ ਮਾਰਿਆ ਜਾ ਸਕਦਾ ਹੈ, ਤਾਂ ਉਹ ਕੇਵਲ ਨਿਰੰਕਾਰ ਹਰੀ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਹੈ। ਨਾਮ ਦੁਆਰਾ ਇਸ ਮਾਇਆ ਨੂੰ ਮਾਰਿਆ ਜਾ ਸਕਦਾ ਹੈ, ਪਰ ਨਾਮ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਹੁੰਦਾ ਹੈ। ਗੁਰਮੁਖ ਪਾਇਆ ਜਾਏ, ਗੁਰੂ ਦੇ ਦੁਆਰਾ ਨਾਮ ਦੀ ਪ੍ਰਾਪਤੀ ਹੁੰਦੀ ਹੈ। ਮਹੱਲਾ ਤੀਜਾ। ਇਹ ਮਨ ਕੇਤੜਿਆ ਜੁਗ ਭਰਮਿਆ, ਫਿਰ ਰਹਿ ਨਾ ਆਵੈ ਜਾਏ। ਇਹ ਜਿਹੜਾ ਮਨ ਹੈ ਨਾ, ਇਹਨੂੰ ਕਈ ਯੁਗ ਹੋ ਗਏ ਨੇ ਭਰਮਦਿਆਂ। ਜਿਹੜਾ ਸਾਡਾ ਸੂਖਸ਼ਮ ਸਰੀਰ ਹੈ ਨਾ, ਸਥੂਲ ਸਰੀਰ ਤਾਂ ਇੱਥੇ ਹੀ ਸੜ ਫੁੱਕ ਜਾਣਾ, ਰਹਿ ਜਾਣਾ। ਇਹਦੇ ਅੰਦਰ ਜਿਹੜੀ ਸੂਖਮ ਦੇਹ ਹੈ, ਉਹ ਸੂਖਮ ਦੇਹ ਜਨਮ ਮਰਨ ਦੇ ਚੱਕਰਾਂ ਵਿੱਚ ਭਟਕਦੀ ਹੈ। ਔਰ ਉਸ ਸੂਖਮ ਸਰੀਰ ਦੇ ਵਿੱਚ ਜੋ ਕੁਝ ਹੈ ਉਹਨੂੰ ਕਹਿੰਦੇ ਨੇ ਮਨ। ਬੁੱਧੀ, ਚਿੱਤ ਤੇ ਅਹੰਕਾਰ, ਇਹ ਚਤੁਸ਼ਟੇ ਅੰਤਸ਼ਕਰਨ ਦੇ ਸਹਿਤ ਹੁੰਦੀ ਹੈ ਸਾਡੀ ਸੂਖਮ ਦੇਹ। ਇਸ ਕਰਕੇ ਜਿਹੜਾ ਸੂਖਮ ਸਰੀਰ ਹੈ ਉਹ ਬਾਰ-ਬਾਰ ਭਟਕਦਾ ਤੇ ਭਰਮਦਾ, ਕਈ ਸਰੀਰਾਂ ਵਿੱਚ ਜਾਂਦਾ। ਉਹਨੂੰ ਇੱਥੇ ਸਾਹਿਬ ਕਹਿ ਰਹੇ ਨੇ ਕਿ ਇਹ ਜਿਹੜਾ ਮਨ ਹੈ, ਇਹਨੂੰ ਕਈ ਯੁੱਗ ਹੋ ਗਏ ਨੇ ਭਰਮਦਿਆਂ। ਇਹੋ ਮਨ ਕੇਤੜਿਆਂ ਜੁਗ ਭਰਮਿਆ, ਕਿਉਂਕਿ ਸਭ ਕੁਝ ਇਹਦੇ ਵਿੱਚ ਛਪਿਆ ਹੋਇਆ। ਇਹਦਾ ਡਾਟਾ ਐਡਾ ਵੱਡਾ ਹੈ, ਮੈਮਰੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਅੱਜ ਦੀ ਵਿਗਿਆਨ ਮੁਤਾਬਕ ਸਮਝਣ ਲਈ। ਇੰਨੀ ਵੱਡੀ ਮੈਮਰੀ ਹੈ ਇਹਦੀ ਕਿ ਕਰੋੜਾਂ ਜਨਮਾਂ ਦਾ ਡਾਟਾ ਇਹਦੇ ਅੰਦਰ ਇਕੱਠਾ ਹੋਇਆ ਹੋਇਆ, ਕਰੋੜਾਂ ਜਨਮਾਂ ਦਾ, ਉਹ ਸਾਰਾ ਇਹਦੇ ਅੰਦਰ ਹੀ ਹੈ। 3 ਪਾਰਟ ਇਹਦੇ ਬਣਾ ਦਿੱਤੇ ਗਏ, ਚੇਤਨ, ਅਰਧ ਚੇਤਨ ਔਰ ਅਵਚੇਤਨ। ਚੇਤਨ ਜਿਹਦੇ ਵਿੱਚ ਇਸ ਵੇਲੇ ਅਸੀਂ ਬੈਠੇ ਹਾਂ। ਅਰਧ ਚੇਤਨ ਮਨ ਉਹ ਹੈ ਜਦੋਂ ਅਸੀਂ ਦਿਮਾਗ ਤੇ ਥੋੜਾ ਜਿਹਾ ਬੋਝ ਪਾ ਕੇ ਯਾਦ ਕਰਦੇ ਹਾਂ ਤੇ ਫਿਰ ਯਾਦ ਆਉਂਦਾ। ਅਵਚੇਤਨ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੈ, ਕਿੰਨਾ ਕੁਝ ਉਹਦੇ 'ਚ ਇਕੱਠਾ ਹੋਇਆ ਹੋਇਆ। ਇਸ ਮਨ ਨੂੰ ਕਿਤਨੇ ਹੀ ਯੁੱਗ ਹੋ ਗਏ ਨੇ ਭਰਮਦਿਆਂ, ਕਿਤਨੇ। ਥਿਰ ਰਹਿ ਨਾ ਆਵੈ ਜਾਏ, ਇਹ ਟਿਕਦਾ ਨਹੀਂ ਹੈ, ਥਿਰ ਨਹੀਂ ਰਹਿੰਦਾ। ਇਸੇ ਕਰਕੇ ਆ ਰਿਹਾ ਤੇ ਜਾ ਰਿਹਾ, ਜਨਮ ਮਰਨ ਦੇ ਚੱਕਰਾਂ ਵਿੱਚ ਭਟਕ ਰਿਹਾ। ਹਾਂਜੀ। ਹਰ ਭਾਣਾ ਤਾਂ ਪਰਮਾਇਨ, ਕਰ ਪਰਪੰਚ ਖੇਲ ਪਾਏ। ਹਰੀ ਅਕਾਲ ਪੁਰਖ ਪਰਮੇਸ਼ਰ ਦਾ ਭਾਣਾ ਹੀ ਐਸਾ ਹੈ, ਤਾਂ ਹੀ ਇਹ ਭਰਮ ਰਿਹਾ। ਉਹਦੇ ਹੁਕਮ 'ਚ ਹੀ ਭਰਮ ਰਿਹਾ, ਉਹਦੇ ਭਾਣੇ 'ਚ ਹੀ ਭਰਮ ਰਿਹਾ। ਸਭ ਕੁਝ ਤਾਂ ਉਹਦੇ ਭਾਣੇ ਵਿੱਚ ਹੀ ਹੈ ਨਾ। ਇਹ ਸਾਰਾ ਪ੍ਰਪੰਚ ਉਸ ਵਾਹਿਗੁਰੂ ਪਰਮੇਸ਼ਰ ਨੇ ਕੀਤਾ ਤੇ ਸਾਰੀ ਖੇਡ ਹੈ ਉਹਦੀ। ਹੁਣ ਖੇਡ ਸੱਚ ਤਾਂ ਨਹੀਂ ਹੁੰਦੀ, ਜਿੰਨੀਆਂ ਵੀ ਖੇਡਾਂ ਨੇ ਸੰਸਾਰ ਦੀਆਂ ਉਹ ਸੱਚੀਆਂ ਤਾਂ ਨਹੀਂ। ਉੱਥੇ ਕੋਈ ਜੰਗ ਤਾਂ ਨਹੀਂ ਹੋ ਰਿਹਾ ਹੁੰਦਾ, ਪਰ ਲੋਕ ਫਿਰ ਵੀ ਕਹਿੰਦੇ ਨੇ ਜਿੱਤ ਗਿਆ, ਇਹ ਹਾਰ ਗਿਆ। ਹਾਲਾਂਕਿ ਕੀ ਜੰਗ ਹੈ? ਆ ਕ੍ਰਿਕਟ ਖੇਡਦੇ ਆ ਲੋਕ,
बहुत सारे लोगों नूं उस क्रिकेट नूं वेखण दा शौक है और उहदे दौरान लोकां विच इदां दी सोच बनी हुंदी है भी जिवें बड़ा बड़ा विश्व युद्ध लगा हुंदा है और उस विश्व युद्ध दे विच एक हार रहा एक जित रहा है। पूਰਨ तौर ते उस खेड विच लोकां दी सिमरती इन्नी ज़्यादा गहरी हो जाती है कि उस खेड दा अपने आप नूं हिस्सा समझण लग पैंदे, हालांकि है तां वो खेड ही है ना। ये सारा संसार निरंकार पार ब्रह्म परमेश्वर दा तमाशा है, ओदी खेड है। इस करके इहनूं परपंच कहा। परपंच जो है नहीं है पर उदा तमाशे वजों ओदी कल्पना की गई। जिवें कोई नाटक खेडिया जांदा वो नाटक सच नहीं हुंदा, उस नाटक दे विच जिहड़ा रोना धोना हुंदा वो सच नहीं हुंदा, उस नाटक दे विच जिहड़े रिश्ते विखाए जांदे वो सच नहीं हुंदे, पर वो नाटक सच दे नेड़े जरूर हुंदे है। सच नहीं पर सच दे नेड़े ने। इसे तरह ये सारा जगत प्रपंच सच नहीं नाटक है परमेश्वर दा रचिया होया, पर उस सच दे नेड़े होण करके सच भासदा। सच दे नेड़े है ना, सच दे आश्रित हो के सच नजर आ रहा है, पर ये सच नहीं। इस करके नूं कहा परपंच। जो है नहीं उन्होंने कहते ने प्रपंच। जिहड़ा उदां ही छलन जे वास्ते लोकां नूं ठगण जे वास्ते बनाया होवे वो है प्रपंच। ये सारे जगत दी प्रपंच दी खेड उस निरंकार अकाल पुरख परमेश्वर ने उपाई है, पैदा कीती है। जाहर बख्शे ता गुर मिलै, आसिर रहे समाए। जे हरि अकाल पुरख निरंकार वाहिगुरु पार ब्रह्म परमेश्वर बख्श लवे ता गुरु मिलदा है। परमेश्वर की कृपा तो बिना गुरु नहीं मिलता। हरि की कृपा नाल गुरु मिलिया फिर अस्थिर रहिंदा, टिक जांदा है और अपने निज रूप विच समा जांदा है। नानक मन ही ते मन मानिया, ना किछु मरै ना जाए। धन श्री गुरु अमरदास साहब फरमाउंदे ने कि गुरु दे शब्द दा मनन कीतियां ही ये मन मनदा है। गुरु दा शब्द मन्नीए फिर मन मनदा। जदों मन मन जाए ते फिर ना कुछ मरदा ते ना कुछ जमदा, नह किछ जन्मै नह किछ मरै। फिर ये अवस्था प्राप्त हो जाती। फिर ना जन्म है ना मरण है। जदों गुरु के शब्द द्वारा ये मन मन गया फिर जन्म ते मरण कटिया जाता है। पौड़ी काया कोट अपार है, मिलना संजोगी। पौड़ी भी महाराज श्री गुरु अमरदास साहब उचार रहे हैं। ये जिहड़ा काया दा कोट है ना, किला, ਇਹਦਾ भी अंत कोई नहीं। आखो सतनाम श्री। तां ही कहा अपार। काया दे इस किले का भी अंत कोई नहीं कि परमेश्वर ने विधाते ने दे विच किन्ना कुछ पाया ते किन्ना कुछ सिरजिया। भावें बड़े बड़े चीर फाड़ कर करके वेख लिया भी ये की है। बहुत कुछ हाले भी ऐसा है जिहड़ा समझ तो परे है, नहीं समझ चाहता। ये है कि ये खेड किहड़ी एक ऐसी चेतना है जिहड़ी इस काया दे विच काम करदी है ते काया दे सारे पुरजे एक मशीनरी वांगू काम कर रहे हैं। किवें खाने दा रस बनदा है, खाधे हुए भोजन दा किवें उहदा रस बनदा, फिर किवें उहदा रुद्र बनदा, किवें उहदा मिज बनदा, किवें उहदी चमड़ी बनदी है, किवें उहदी हड्डियां तो फिर अगे किवें मिज बनदा है। एक ऐसी प्रक्रिया इस काया दे विच चल रही है जो समझ तो परे। तो निरंकार अकाल पुरख परमेश्वर दा रचिया होया एक काया दा किला। इनू महाराज जी ने गुरबाणी च किला नुमा वर्णन किया, दोवर कोट अर तेवर खाई।
दोहरा कोट, फिर 3 गुणा दी खाई इहदे चारे पासे। क्यों लीजा गढ़ बंका भाई, इस किले नूं किवें जित्तीए? इहदे च मन रूपी राजा बैठा होया आकी बन के। काया दा ये किला अपार है। महाराज जी कहंदे संजोगां नाल मिलदी है काया। पुन कर्म कीते होण तां ये काया मिलदी है। पाप ते पुन जदों बराबर मिकदार च हुंदे ने उदों मनुखी देह मिलदी है। पुन बहुत ज्यादा हो जाण तां देव जोनी मिल जाती है। पुन ते पाप तकरीबन बराबर बराबर दे विच होण तां मनुखी काया मिलदी है। पुन बिल्कुल ही समाप्त हो जाण, किते किते एक अद्धा रह जाए ते अखीर च केवल पाप ही पाप ने, तां फिर होर भोग जूनियां दी प्राप्ति हुंदी है। तो ये काया सानू मिली है तां ये पुन कर्मां दा फल है। पुन कर्मां दे फल करके मानस जन्म जिहड़ा है ये पुन कर्मां दा फल है, ये जान लेना चाहिए। पाप कर्मां दा फल वेखो, एक कूकर जदों किसे गंदगी नूं भख रिहा हुंदा, एक ਕਾਂ नूं वेखो विछता खांदे नूं, सूर नूं वेखो गंदगी भखदे होए नूं, तां ओहदे पाप कर्मां दा फल है जिहड़ी उहनूं ऐसी जूनी प्राप्त होई है। अपने सामने 36 प्रकार दे भोजन जदों थाल विच पए वेखदे हो, कई प्रकार दे रसां सहित बणीਆਂ वस्तुआं वेखदे हो खाण लई, तां समझ लो ये पुन कर्मां दा फल सी कि मनुखी देह मिली है। मिलना संजोगी, ये काया जिहड़ी मनुखी काया है, महाराज जी कहंदे संजोगां नाल मिली है। क्यों अजाई गवाउना इनू, क्यों व्यर्थ ते फजूल गवा रहा है? क्यों फिर मुड़ के उन्हां त्रिगद जूनियां वाले पासे भजना चाहुंदा, जिन्हां त्रिगद जूनियां तो भटकदा भटकदा तू इस जूनी ताईं आया, फिर उन्हां पासे फिर उसे पासे क्यों जाना चाहुंदा? क्यों रिवर्स गेयर पाया होया? पातशाह कहंदे काया तेनू संजोगां दे नाल मिली है। काया अंदर आप वस रहा, आपे रस भोगी। इस काया दे विच वाहिगुरु आप वस रहा है। ज्ञान केवल मनुख कोटि नूं हुंदा है, किसी जानवर नूं इहदा बोध नहीं कि मेरे अंदर रब वसदा है। इस काया दे किले विच महाराज जी कहंदे हरि वाहिगुरु आप वस रहा है, ते वस के आपे ही सारे रसां नूं भोगण वाला भोगी भी आप है। आपे रसिया आप रस, आपे रावण हार, आपे रसिया आप रस। रस भी आप है ते रस नूं लैण वाला भी आप है, उस रस नूं माणन वाला भी आप है। इस करके कहंदे आपे रस भोगी, आप ही सारे रसां नूं भोगण वाला है। आप अतीत अलिप्त है, निर्जोग हर जोगी। आप ही वाहिगुरु अलिप्त है। अलिप्त दा मतलब हुंदा जिहड़ा किसे शै नाल किसे वस्तु नाल लिपाए मान ना होवे, वो निर्जोग है। जोगी होने के बावजूद भी निर्जोग है। इहदा मतलब सारियां कायां विच शरीरां विच जुड़ के रह के भी उन्हां तो निर्लेप है, निर्जोग है। सब विच वसदा होया भी सब तो निरालम है। हाँ जी, जो तिस भावै सो करे, हर करे सो होगी। उस वाहिगुरु नूं जो पाउंदा वो उही करदा। हरि ने जो करना सो होगी उही होवेगा। ये गल याद रखना, किसे मनुख दे किसे जीव दे कीतियां कराया कुछ नहीं होना। उन्हां अंदर वरत के परमेश्वर ने जो करना उही होना, उन्हें जो कराउणा वो होना। इस करके हरि जो करेगा सो होगी उही। हुण ताईं जो होया हरि दे कीतियां होया,
ਹੁਣ ਜੋ ਹੋ ਰਿਹਾ ਉਸੇ ਦੇ ਕੀਤਿਆਂ ਹੋ ਰਿਹਾ, ਤੇ ਆਉਣ ਵਾਲੇ ਸਮੇਂ ਵਿੱਚ ਵੀ ਜੋ ਹੋਵੇਗਾ ਉਸੇ ਦੇ ਕੀਤਿਆਂ ਹੋਵੇਗਾ। ਹਾਂਜੀ। ਹਰ ਗੁਰਮੁਖ ਨਾਮ ਧਿਆਈਐ, ਲਹਿ ਜਾਏ ਵਿਜੋਗੀ। ਧੰਨ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਆ, ਗੁਰੂ ਦੇ ਮੁਖ ਦੁਆਰਾ ਅੰਮ੍ਰਿਤ ਨਾਮ ਦੀ ਪ੍ਰਾਪਤੀ ਕਰਕੇ ਨਾਮ ਧਿਆਓ। ਜਦੋਂ ਹਰੀ ਨਾਮ ਧਿਆਵੋਗੇ ਤੁਹਾਡੇ ਵਿਜੋਗ ਲੱਥ ਜਾਣਗੇ। ਲਹਿ ਜਾਹੇ ਵਿਜੋਗੀ, ਵਿਛੋੜੇ ਦੂਰ ਹੋ ਜਾਣਗੇ, ਵਿਜੋਗ ਲੱਥ ਜਾਣਗੇ। ਜਦੋਂ ਹਰੀ ਅਕਾਲ ਪੁਰਖ ਜੀ ਦੇ ਅੰਮ੍ਰਿਤ ਨਾਮ ਨੂੰ ਗੁਰੂ ਦੇ ਮੁਖ ਦੁਆਰਾ ਪ੍ਰਾਪਤ ਕਰਕੇ ਧਿਆਵੋਗੇ, ਅਰਾਧੋਗੇ।